ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਨੀਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਨੀਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ, ਗੁਰਾਂ ਦੀ ਨਿਵਾਜੀ, ਗੁਰੂ ਰੂਪ ਸਾਧ ਸੰਗਤ ਜੀ, ਬੜੇ ਹੀ ਅਮੁੱਲੇ ਭਾਗ ਸਤਿਗੁਰੂ ਜੀ ਇਹ ਸਮਾਂ ਅਮੋਲਕ ਸਮਾਂ ਲੇਖੇ ਵਿੱਚ ਸਾਡਾ ਲਾਉਣਾ ਕਰ ਰਹੇ ਆ। ਸਤਿਗੁਰਾਂ ਦੀ ਰਹਿਮਤ ਮਿਹਰ ਵਰਸ ਰਹੀ ਹੈ। ਜੋ ਧੁਰ ਕੀ ਬਾਣੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਇਹਨਾਂ ਦੀ ਵਿਚਾਰ ਸਤਿਗੁਰੂ ਆਪ ਤਰੁੱਠ ਕੇ ਵਿੱਚ ਪ੍ਰਤੱਖ ਹਾਜ਼ਰ ਨਾਜ਼ਰ ਹੋ ਕਰਕੇ ਸੇਵਾ ਲੈਣਾ ਕਰ ਰਹੇ ਹਨ। ਆਓ ਅਸੀਂ ਇਸ ਅਸ਼ਟਪਦੀ 17ਵੀਂ ਅਸ਼ਟਪਦੀ ਦੇ 4 ਪਦੇ ਕੱਲ ਤੱਕ ਵਿਚਾਰੇ ਸਨ। ਅੱਜ 5ਵੇਂ ਪਦੇ ਜੋ 4 ਪਦੇ ਬਾਕੀ ਬਚੇ ਹਨ, ਉਸ 4 ਪਦਿਆਂ ਵਿੱਚੋਂ 5ਵੇਂ ਪਦੇ ਦੀ ਅਸੀਂ ਆਰੰਭਤਾ ਵਾਲੀਆਂ ਪੰਕਤੀਆਂ ਗਾ ਕੇ ਪੜ੍ਹ ਕੇ ਸਰਵਣ ਕੀਤੀਆਂ ਹਨ। ਸਤਿਗੁਰੂ ਜੀ ਫਰਮਾ ਰਹੇ, ਭਾਈ ਨੀਕੀ ਕੀਰੀ ਮਹਿਕਲ ਰਾਖੈ। ਅੰਤਰਜਾਮੀ ਜਿਹੜੀ ਨਿੱਕੀ ਕੀੜੀ ਹੁੰਦੀ ਹੈ ਨਾ, ਭੂਰੀ ਕੀੜੀ, ਜੇ ਉਹਦੇ ਵਿੱਚ ਕਲ ਸ਼ਕਤੀ ਰੱਖ ਦੇਵੇ, ਆਪ ਦੀ ਮਰਜ਼ੀ ਨਾਲ ਤਾਕਤ ਰੱਖ ਦੇਵੇ, ਭਸਮ ਕਰੈ ਲਸਕਰ ਕੋਟ ਲਾਖੈ। ਕਹਿੰਦੇ ਤਾਂ ਲੱਖਾਂ ਕਿਲਿਆਂ ਵਾਲਾ ਅਤੇ ਕਰੋੜਾਂ ਫੌਜਾਂ ਵਾਲਾ ਜਿਹੜਾ ਰਾਜਾ ਹੈ ਨਾ, ਉਹਦੇ ਲਸ਼ਕਰ ਨੂੰ ਕਰੋੜਾਂ ਨੂੰ ਸਵਾਹ ਕਰ ਦਿੰਦੀ ਹੈ ਕੀੜੀ। ਏਡੀ ਵੱਡੀ ਤਾਕਤ ਹੋ ਜਾਂਦੀ ਹੈ ਸਾਧ ਸੰਗਤ ਜੀ। ਇਸੇ ਪ੍ਰਕਾਰ ਕੀੜੀ ਬਾਦਸ਼ਾਹ ਦੀ ਸਾਖੀ ਹੈ। ਉਸਨੇ ਆਦਮ ਬਾਦਸ਼ਾਹ ਦੀ ਫੌਜ ਨੂੰ ਸਾਰੀ ਨੂੰ ਮੂੰਹ ਨੂੰ ਜ਼ਹਿਰ ਲਾ ਕੇ ਸਵਾਹ ਕਰ ਦਿੱਤਾ ਸੀ। ਉਹ ਕੁਛ ਨਹੀਂ ਸੀ ਕਰ ਸਕਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਨਿੱਕੀ ਜਿਹੀ ਕੀੜੀ ਕੌਣ ਹੈ? ਬਿਰਤੀ ਹੈ ਜਿਹੜੀ ਬ੍ਰਹਮਾਕਾਰ, ਜਿਹੜੀ ਬਿਰਤੀ ਤੋਂ ਬਤੰਬਰਾ ਬਿਰਤੀ ਹੋ ਜਾਵੇ, ਉਹਦੇ 'ਚ ਮਹਾਰਾਜ ਸੱਚੇ ਬਾਦਸ਼ਾਹ ਆਪਣੀ ਸ਼ਕਤੀ ਜਦੋਂ ਰੱਖ ਦਿੰਦੇ ਹਨ ਅਤੇ ਜਿਸ ਵੇਲੇ ਅਗਿਆਨ ਦਾ ਸਾਧ ਸੰਗਤ ਜੀ ਅਭਾਨਾ ਭਾਵ ਸੱਤਾ ਅਤੇ ਸੱਤਾ ਭਾਵ ਸ਼ਕਤੀ ਰੂਪ ਦੂਹਰਾ ਕੋਟ ਹੈ, ਇਸ ਕੋਟ ਨੂੰ ਅਤੇ ਲਸ਼ਕਰ ਲੱਖਾਂ ਦੀ ਗਿਣਤੀ ਦਾ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਗਿਆਨ ਦੇ ਕਿਲੇ ਨੂੰ, ਇਸ ਨੂੰ ਦੇਹ ਅਧਿਆਸ ਨੂੰ ਅਤੇ ਲੱਖਾਂ ਕਾਮ ਕ੍ਰੋਧ ਆਦਿਕ ਲਸ਼ਕਰਾਂ ਨੂੰ ਉਹ ਬ੍ਰਹਮਾਕਾਰ ਬਿਰਤੀ ਜਿਹੜੀ ਨਿੱਕੀ ਜਿਹੀ ਕੀੜੀ ਵਰਗੀ ਹੈ, ਇਹ ਸਾਰੀ ਨੂੰ ਸਵਾਹ ਕਰ ਦਿੰਦੀ ਹੈ, ਅਭਾਵ ਕਰ ਦਿੰਦੀ ਹੈ। ਐਸਾ ਬਲ ਮਹਾਰਾਜ ਸਾਹਿਬ ਬ੍ਰਹਮਾਕਾਰ ਬਿਰਤੀ ਨਿੱਕੀ ਜਿਹੀ ਕੀੜੀ 'ਚ ਰੱਖ ਦਿੰਦੇ ਆ। ਇਸ ਦੀ ਕਲਾ ਸ਼ਕਤੀ ਭਰ ਦਿੰਦਾ ਹੈ। ਜਿਸ ਕਾ ਸਾਸ ਨ ਕਾਢਤ ਆਪ। ਹੁਣ ਸੱਚੇ ਪਾਤਸ਼ਾਹ ਜੀ ਦੱਸ ਰਹੇ, ਜਿਸ ਦਾ ਸੱਚੇ ਪਾਤਸ਼ਾਹ ਸਵਾਸ ਨਾ ਕੱਢਣਾ ਚਾਹੇ, ਆਪ ਪਰਮੇਸ਼ਰ ਜਿਸ ਦੇ ਸਵਾਸ ਨਾ ਕੱਢਣੇ ਚਾਹਵੇ, ਤਾ ਕੋ ਰਾਖਤ ਦੇ ਕਰ ਹਾਥ। ਸਤਿਗੁਰੂ ਜੀ ਦੱਸ ਰਿਹਾ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਉਹਨੂੰ ਕਿਰਪਾ ਦਾ ਹੱਥ ਦੇ ਕੇ ਸੱਚੇ ਪਾਤਸ਼ਾਹ ਆਪ ਰੱਖਦੇ ਹਨ। ਮਾਨਸ ਜਤਨ ਕਰਤ ਬਹੁ ਭਾਤ। ਭਾਵੇਂ ਮਨੁੱਖ ਉਹਨਾਂ ਦੇ ਮਾਰਨ ਦਾ ਬੜਾ ਹੀ ਯਤਨ ਉਹ ਕਰਦੇ ਹਨ, ਤਿਸ ਤੇ ਕਰਤਬ ਬਿਰਥੇ ਜਾਤ। ਸਤਿਗੁਰੂ ਜੀ ਫਰਮਾਉਂਦੇ, ਭਾਈ ਉਹਦੇ ਕੀਤੇ ਹੋਏ ਜਿੰਨੇ ਕਰਤੱਵ ਹਨ, ਜ਼ਹਿਰ ਦੇਣੇ, ਕਿਸੇ ਸ਼ਸਤਰ ਦੇ ਨਾਲ ਮਾਰਨਾ ਚਾਹਣਾ, ਸਭ ਕੀਤੇ ਕਰਤੱਵ ਨਿਸਫਲ ਜਾਂਦੇ ਆ। ਵਾਹਿਗੁਰੂ ਦੇ ਘਰ ਦਾ ਕੋਈ ਰੋਮ ਵੀ ਵਿੰਗਾ ਨਹੀਂ ਕਰ ਸਕਦਾ।
ਜਿਵੇਂ ਪ੍ਰਹਿਲਾਦ ਨੂੰ ਹਾਥ ਪਸਾਰ ਸਕੈ ਕੋ ਜਨ ਕੋ, ਬੋਲ ਸਕੈ ਨ ਅੰਦਾਜ਼ਾ। ਮਾਰੈ ਨ ਰਾਖੈ ਅਵਰ ਨ ਕੋਈ। ਇੱਥੇ ਗੁਰਮੁਖਾਂ ਦਾ ਤਾਂ ਇਹ ਨਿਸ਼ਚਾ ਹੈ ਕਿ ਨਾ ਮਾਰਨ ਵਾਲਾ ਹੋਰ ਕੋਈ ਹੈ, ਨਾ ਰੱਖਿਆ ਕਰਨ ਵਾਲਾ ਕੋਈ ਹੈ। ਅਵਰ ਅਸਥਾਨ ਵਿੱਚ ਸਰਬ ਜੀਆ ਕਾ ਰਾਖਾ ਸੋਇ। ਤੇ ਸਤਿਗੁਰੂ ਦੱਸ ਰਹੇ ਭਾਈ, ਸਾਰਿਆਂ ਜੀਵਾਂ ਦਾ ਰਾਖਾ ਉਹ ਆਪ ਪਰਮੇਸ਼ਰ ਹੈ। ਜਦੋਂ ਪ੍ਰਲਬਧ ਪੂਰੀ ਹੋ ਜਾਂਦੀ ਹੈ ਨਾ, ਦੇਸ਼ ਕਾਲ ਵਸਤੂ ਤਿੰਨੇ ਇਕੱਠੇ ਹੋ ਜਾਂਦੇ ਹਨ, ਉਦੋਂ ਪ੍ਰਾਣੀ ਦੇ ਸਰੀਰ ਦਾ ਅੰਤ ਹੋ ਜਾਂਦਾ ਹੈ। ਜਿੰਨਾ ਚਿਰ ਦੇਸ਼ ਕਾਲ ਵਸਤੂ ਤਿੰਨੇ ਇਕੱਠੇ ਨਾ ਹੋਣ, ਓਨਾ ਚਿਰ ਆਪ ਹੀ ਰੱਖਿਆ ਕਰਦਾ ਹੈ। ਹੋਰ ਉਸ ਪਰਮੇਸ਼ਰ ਤੋਂ ਬਿਨਾ ਨਾ ਰੱਖਣ ਵਾਲਾ ਹੈ। ਜਿਵੇਂ ਸਤਿਗੁਰੂ ਜੀ 594 ਅੰਗ ਤੇ ਫਰਮਾਉਂਦੇ ਹਨ, ਹਰ ਬਿਨ ਕੋਈ ਮਾਰ ਜੀਵਾਲ ਨ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀਐ। ਸਤਿਗੁਰੂ ਕਹਿੰਦੇ, ਉੱਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਇਸ ਪ੍ਰਕਾਰ ਉਹ ਸਾਰੇ ਜੀਆਂ ਦਾ ਪਰਮੇਸ਼ਰ ਆਪ ਹੀ ਰਾਖਾ ਹੈ। ਕਾਹੀ ਸੋਚ ਕਰਹਿ ਰੇ ਪ੍ਰਾਣੀ। ਇਹ ਪ੍ਰਾਣਾ ਧਾਰੀ ਜੀਵ, ਇਹ ਸਵਾਸਾਂ ਧਾਰੀ ਜੀਵ, ਇਸ ਵਾਸਤੇ ਤੂੰ ਸੋਚਾਂ ਚਿੰਤਾ ਕਰਦਾ ਰਹਿਣਾ। ਇਸ ਸੋਚ 'ਚ ਨਾ ਪਓ, ਚਿੰਤਾ 'ਚ ਡੁੱਬਣਾ ਨਾ ਕਰ। ਜਪ ਨਾਨਕ ਪ੍ਰਭ ਅਲਖ ਵਿਡਾਣੀ। ਭਾਈ, ਜਿੱਥੇ ਸੋਚਾਂ ਫਿਕਰਾਂ 'ਚ ਪਿਆ ਰਹਿਣਾ, ਨਾਨਕ ਚਿੰਤਾ ਸੋ ਕਰੇ ਜਿਨ ਉਪਾਇਆ ਜਗ। ਚਿੰਤਾ ਤਾਂ ਉਹ ਕਰੇ, ਤੂੰ ਜੇ ਚੇਤਾ ਹੀ ਤਾਂ ਚੇਤ, ਜੇ ਚਿੰਤਾ ਹੀ ਕਰਨੀ ਹੈ ਤਾਂ ਨਾਮ ਦੀ ਕਰ, ਨਾਮ ਜਪ। ਕਹਿੰਦੇ ਜਿੱਥੇ ਸੋਚਾਂ ਫਿਕਰਾਂ 'ਚ ਪਿਆ ਰਹਿਣਾ, ਉੱਥੇ ਲਖਣ ਤੋਂ ਰਹਿਤ ਜੋ ਪਰਮੇਸ਼ਰ ਹੈ, ਸ਼ੁੱਧ ਮਨ ਕਰਕੇ ਹੈ, ਵਿਡਾਣੀ ਅਸਚਰਜ ਕੌਤਕਾਂ ਵਾਲਾ ਜੋ ਪ੍ਰਭੂ ਹੈ ਨਾ, ਉਸ ਦਾ ਸਤਿਗੁਰੂ ਜੀ ਕਹਿੰਦੇ ਜਾਪ ਕਰਿਆ ਕਰ, ਉਹਦਾ ਚਿੰਤਨ ਕਰਿਆ ਕਰ। ਬਾਰੰਬਾਰ ਬਾਰ ਪ੍ਰਭ ਜਪੀਐ। ਬਾਰ ਬਾਰ ਰੋਮ ਰੋਮ ਕਰਕੇ ਵੀ ਗੁਰਮੁਖ ਰੋਮ ਰੋਮ ਹਰ ਧਿਆਵੈ। ਇਉਂ ਬਾਰੰਬਾਰ ਰੋਮ ਰੋਮ ਕਰਕੇ ਤੇ ਬਾਰ ਬਾਰ ਹਰੇਕ ਦਿਨ ਦੇ ਵਿੱਚ ਵਾਰੀ ਵਾਰੀ ਪੁਨ੍ਹਾ ਪੁਨ੍ਹਾ ਹਰੇਕ ਸਵਾਸਾਂ ਦੇ ਆਉਂਦੇ ਜਾਂਦੇ ਦੇ ਨਾਲ ਇਹ ਵਾਰੀ ਹੈ। ਮਨੁੱਖਾ ਜਨਮ ਸਾਰੀਆਂ ਵਾਰੀਆਂ 'ਚ ਇਹਦੇ 'ਚ ਆਪਣੇ ਆਪ ਨੂੰ ਵਾਰ ਕੇ ਕੁਰਬਾਨ ਕਰ ਕਰਕੇ ਜਿਹੜੇ ਬਾਲਣ ਵਾਲੇ ਕਾਮ ਕ੍ਰੋਧ, ਉਹਨਾਂ ਨੂੰ ਬ੍ਰਹਮ ਅਧਿਆਸ ਰੂਪੀ ਅੱਗ ਨਾਲ ਬਾਲ ਕੇ ਸਾੜ ਕੇ ਅਤੇ ਇਸ ਪ੍ਰਕਾਰ ਜਿਹੜੇ ਮਹਾਰਾਜ ਤੋਂ ਵਾਰਨੇ ਜਾਂਦੇ, ਉਹਨਾਂ ਤੋਂ ਆਪਣਾ ਆਪ ਵਾਰ ਕੇ ਕੁਰਬਾਨ ਕਰ ਕਰਕੇ ਉਸ ਪ੍ਰਭੂ ਦਾ ਜਾਪ ਕਰਨਾ ਕਰਿਆ ਕਰ ਭਾਈ। ਜਿਸ ਵਾਹਿਗੁਰੂ ਨੂੰ ਬਾਰ ਪਾਣੀ 'ਚ ਬਾਰੰਗ ਹਾਥੀ ਨੂੰ ਤੰਦੂਏ ਤੋਂ ਵਰਜ ਲਿਆ ਸੀ, ਉਸ ਦੇ ਬੰਧਨਾਂ ਨੂੰ ਬਾਰ ਕੇ ਤੋੜ ਕੇ ਸੁਦਰਸ਼ਨ ਚੱਕਰ ਦੇ ਨਾਲ ਉਸ ਦੀ ਰੱਖਿਆ ਕੀਤੀ ਸੀ। ਇਉਂ ਉਸ ਪਰਮੇਸ਼ਰ ਪ੍ਰਭੂ ਦਾ ਜਾਪ ਕਰੀਏ। ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਸਤਿਗੁਰੂ ਜੀ ਫਰਮਾਉਂਦੇ ਭਾਈ, ਇਹ ਅੰਮ੍ਰਿਤ ਨਾਮ ਹੈ ਮਹਾਰਾਜ ਦਾ, ਪੀਆ ਕਰ। ਇਸ ਨਾਲ ਮਨ ਤੇ ਤਨ ਨੂੰ ਰਾਜਾ ਜਾਵੇਗਾ। ਤ੍ਰਿਸ਼ਨਾ ਦੀ ਸਾਰੀ ਤ੍ਰੇਹ ਭੁੱਖ ਤੇਰੀ ਮਿਟ ਜਾਏਗੀ। ਨਾਮ ਰਤਨ ਜਿਨ ਗੁਰਮੁਖ ਪਾਇਆ। ਹੁਣ ਨਾਮ ਬਾਰੇ ਦੱਸਦੇ ਆ ਕਿ ਜਿਨ੍ਹਾਂ ਨੇ ਨਾਮ ਨੂੰ ਪਾਇਆ, ਇਹ ਨਾਮ ਰੂਪੀ ਅਮੋਲਕ ਸਤਿਗੁਰੂ ਕਹਿੰਦੇ ਬੜਾ ਹੀ ਕੀਮਤੀ ਰਤਨ ਹੈ। ਦੂਸਰੀ ਗੱਲ ਇਹ ਹੈ ਕਿ ਇਸ ਦਾ ਕੋਈ ਮੁੱਲ ਨਹੀਂ ਹੈ, ਇਹ ਅਮੋਲਕ ਹੈ। ਜਿਸ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ ਇਹ ਅਮੋਲਕ ਨਾਮ। ਇਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਸਤਿਗੁਰੂ ਜੀ ਦੱਸਦੇ ਉਹਦੀ ਦ੍ਰਿਸ਼ਟੀ 'ਚ ਕੁਝ ਹੋਰ ਦੇਖਣ 'ਚ ਨਹੀਂ ਆਇਆ। ਸਾਰਿਆਂ 'ਚ ਵਾਹਿਗੁਰੂ ਦੀ ਜੋਤ ਹੀ ਉਸ ਨੂੰ ਦਿਸਦੀ ਹੈ। ਨਾਮ ਧਨ ਨਾਮੋ ਰੂਪ ਰੰਗ। ਇਹ ਭਾਈ, ਗੁਰਮੁਖਾਂ ਦਾ ਤਾਂ ਧਨ ਰੋਕੜੀ ਵੀ ਨਾਮ ਹੀ ਹੈ। ਰੂਪ ਜਿਹੜਾ ਸੁੰਦਰ ਹੈ, ਇਹ ਵੀ ਪਰਮੇਸ਼ਰ ਦਾ ਨਾਮ ਹੀ ਹੈ। ਰੰਗ ਜਿਹੜਾ ਸੋਹਣਾ ਹੈ, ਸੁਨਹਿਰੀ ਰੰਗ ਹੋਣਾ, ਇਹ ਵੀ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਹੀ ਰੋਕੜੀ ਧਨ ਹੈ, ਨਾਮ ਹੀ ਉਹਨਾਂ ਦੀ ਦਿਲ ਦੀ ਸਫਾਈ ਹੈ, ਨਾਮ ਹੀ ਰੰਗ ਪ੍ਰੇਮ ਹੈ। ਜਿਸ ਨੇ
ਸਾਰਿਆਂ ਰੂਪਾਂ ਵਿੱਚ ਸਾਰਿਆਂ ਰੰਗਾਂ ਵਿੱਚ ਨਿਵਾਸ ਕੀਤਾ ਹੈ, ਉਸ ਨਾਮ ਕਰਕੇ ਉਹਦਾ ਸਰਗੁਣ ਸਰੂਪ ਪ੍ਰਾਪਤ ਹੁੰਦਾ ਹੈ। ਨਾਮ ਕਰਕੇ ਉਸ ਨਿਰਗੁਣ ਦਾ ਆਨੰਦ ਪ੍ਰਾਪਤ ਹੁੰਦਾ ਹੈ। ਨਾਮ ਹੀ ਉਸ ਦੀ ਦੌਲਤ ਹੈ ਲੋਕ ਪਰਲੋਕ ਵਾਸਤੇ। ਨਾਮੋ ਸੁਖ ਹਰ ਨਾਮ ਕਾ ਸੰਗ। ਸਤਿਗੁਰੂ ਜੀ ਫਰਮਾਉਂਦੇ ਹਨ, ਉਸ ਪਰਮੇਸ਼ਰ ਦਾ ਨਾਮ ਹੀ ਮਹਾਂਪੁਰਖਾਂ ਨੇ ਸੁਖ ਸਮਝਿਆ ਹੈ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਆ ਨਾ, ਸਗਲ ਸੂਖ ਜਾਂ ਤੂੰ ਚਿਤ ਆਵੇਂ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਰਹਾਉ। ਇੱਥੇ ਸਤਿਗੁਰੂ ਨੇ ਦੋਨਾਂ ਥਾਵਾਂ ਤੇ ਬਿੰਦੀਆਂ ਲਾਈਆਂ, ਇਸ ਕਰਕੇ ਇਸ ਨੂੰ ਨੱਕ 'ਚ ਬੋਲਿਆ। ਆਵੇਂ ਐੜੇ ਦੇ ਕੰਨਾਂ ਲਾ ਕੇ ਬਿੰਦੀ ਹੈ, ਵਵੇ ਨੂੰ ਦੁਲਾਵਾਂ ਲਾ ਕੇ ਬਿੰਦੀ ਹੈ। ਆਵੇਂ ਦੋਨਾਂ ਨੂੰ ਬਿੰਦੀਆਂ ਬੋਲਣੀਆਂ। ਕਹਿੰਦੇ ਤੇ ਪਰਮੇਸ਼ਰ ਦੇ ਨਾਮ ਦਾ ਹੀ ਸੰਗ ਬਣਾਇਆ ਹੈ, ਉਹਨਾਂ ਨੇ ਸੰਗਤ ਕੀਤੀ ਹੈ, ਹੋਰ ਕਿਸੇ ਦੀ ਕੁਸੰਗਤ 'ਚ ਨਹੀਂ ਚੰਬੜਦੇ ਹਨ। ਸਾਥੀ ਸਮਝਿਆ ਲੋਕ ਪਰਲੋਕ ਦਾ ਉਹਨਾਂ ਨੇ ਸੱਚੇ ਨਾਮ ਨੂੰ। ਨਾਮ ਰਸ ਜੋ ਜਨ ਤ੍ਰਿਪਤਾਨੇ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਜਿਹੜੇ ਜਨ ਪੁਰਖ ਪਰਮੇਸ਼ਰ ਦੇ ਨਾਮ ਵਿੱਚ ਤ੍ਰਿਪਤ ਹੋਏ ਹਨ, ਜਿਹੜੇ ਰੱਜੇ ਹਨ, ਮਨ ਤਨ ਨਾਮਹਿ ਨਾਮ ਸਮਾਨੇ। ਉਹ ਮਨ ਕਰਕੇ ਤਨ ਕਰਕੇ ਨਾਮੀ ਪਰਮੇਸ਼ਰ ਦੇ ਨਾਮ 'ਚ ਹੀ ਸਮਾ ਗਏ ਹਨ, ਨਾਮ ਵਿੱਚ ਹੀ ਇੱਕ ਮਿਕ ਹੋ ਗਏ ਹਨ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਕੈ ਸਮਾਹੇ ਵਾਲੇ ਹੋ ਗਏ ਹਨ। ਊਠਤ ਬੈਠਤ ਸੋਵਤ ਨਾਮ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਈ ਉੱਠਦਿਆਂ ਹੋਇਆਂ ਵੀ ਕਦੇ ਭੁਲਾਉਣਾ ਨਹੀਂ ਚਾਹੀਦਾ ਨਾਮ, ਬੈਠਣ ਲੱਗਿਆਂ ਨੂੰ ਵੀ ਕਿੰਨੀ ਕੁ ਦੇਰ ਲੱਗਦੀ ਹੈ ਉਦੋਂ ਵੀ ਨਹੀਂ ਭੁਲਾਉਣਾ ਚਾਹੀਦਾ ਇਹ ਨਾਮ। ਸੌਣ ਲੱਗਿਆਂ ਵੀ ਪਰਮੇਸ਼ਰ ਦਾ ਨਾਂ ਜਿੰਨਾ ਚਿਰ ਸੰਕਲਪ ਨਾ ਛੱਡੀਏ ਨੀਂਦ ਨਹੀਂ ਆਉਂਦੀ, ਉਹਦਾ ਸੰਕਲਪ ਛੱਡ ਕੇ ਹੀ ਨੀਂਦ ਆਉਂਦੀ ਹੈ। ਜਿਵੇਂ ਇਵੇਂ ਸੰਕਲਪ ਛੱਡ ਕੇ ਚੇਤੇ ਕਰਨਾ ਚਾਹੀਏ। ਉੱਠਦਿਆਂ ਬਹਿੰਦਿਆਂ ਸੌਣ ਲੱਗਿਆਂ ਮਹਾਰਾਜ ਦੇ ਨਾਮ 'ਚ ਹੀ ਜੁੜੇ ਰਹੀਏ। ਉੱਠਿਆ ਹੋਇਆਂ ਦੁਨੀਆ 'ਚ ਉਪਰਾਮ ਹੁੰਦਿਆਂ ਹੋਇਆਂ, ਬੈਠਦਿਆਂ ਹੋਇਆਂ ਸਮਾਧੀ ਵਿੱਚ, ਸੋਵਤ ਨਿਰਕਲਪ ਹੁੰਦਿਆਂ ਹੋਇਆਂ ਮਹਾਰਾਜ ਦੇ ਨਾਮ 'ਚ ਹੀ ਜੁੜੀਏ। ਕਹੋ ਨਾਨਕ ਜਨ ਕੈ ਸਦ ਕਾਮ। ਸਤਿਗੁਰੂ ਸਾਹਿਬ ਜੀ ਕਹਿੰਦੇ, ਜਨਾਂ ਦੇ ਸਦਾ ਵਾਸਤੇ ਕੰਮ ਆਉਣ ਵਾਲੀ ਚੀਜ਼ ਹੈ ਇਹ ਨਾਮ। ਸਦਾ ਆਪਣਾ ਕੰਮ ਇਹੋ ਸਮਝਣਾ ਚਾਹੀਦਾ ਹੈ, ਬੋਲੋ ਜਸ ਜਿਹਬਾ ਦਿਨ ਰਾਤ। ਇਹ ਭਰਾਵੋ, ਵਾਹਿਗੁਰੂ ਦਾ ਜਸ ਕੀਰਤਨ ਰਾਤ ਨੂੰ ਵੀ ਦਿਨੇ ਵੀ ਹਰ ਵਕਤ ਜ਼ੁਬਾਨ ਨੂੰ ਵੀ ਪਵਿੱਤਰ ਕਰੋ। ਇਸ ਕਰਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਹੀ ਉਚਾਰਦੇ ਰਹੋ। ਮਤਾਂ ਇਸ ਜ਼ੁਬਾਨ ਤੋਂ ਕੋਈ ਦੁਨੀਆ ਦੀ ਫਿੱਕੀ ਕੋਈ ਫੋਕੀ ਗੱਲ ਬੋਲੋਗੇ ਤੇ ਸਤਿਗੁਰੂ ਕਹਿੰਦੇ, ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ। ਰੱਬ ਆਪਣੇ ਜਨ ਕੀਨੀ ਦਾਤ। ਜਿਨ੍ਹਾਂ ਨੂੰ ਇਹ ਮਹਾਰਾਜ ਨੇ ਭਜਨ ਬੰਦਗੀ ਦੀ ਸਿਮਰਨ ਕਰਨ ਦੀ ਬਖਸ਼ਿਸ਼ ਕੀਤੀ ਹੈ, ਵਾਹਿਗੁਰੂ ਜੀ ਨੇ ਆਪਣੇ ਜਾਣ ਕੇ ਆਪ ਦੇ ਜਨਾਂ ਨੂੰ ਦਾਤ ਦਿੱਤੀ ਹੈ। ਐਵੇਂ ਨਾ ਸਮਝਿਓ ਇਹ ਅਮੋਲਕ ਦਾਤ ਐਸੀ ਪ੍ਰਾਪਤ ਹੋਈ ਹੈ ਕਿ ਐਵੇਂ ਹੀ ਮਿਲੀ ਹੈ। ਨਹੀਂ, ਇਹ ਬੜੀ ਹੀ ਤਰੁੱਠ ਕੇ ਪਰਮੇਸ਼ਰ ਦਿੰਦਾ ਹੈ। ਕਰਹਿ ਭਗਤ ਆਤਮ ਕੈ ਚਾਇ। ਜਿਹੜੇ ਮਨ ਦੇ ਚਾਅ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਆ, ਉਹਨਾਂ ਨੂੰ ਆਤਮਾ ਸਰੂਪ ਦਾ ਚਾਅ ਹੈ, ਭਾਵ ਪ੍ਰਕਾਸ਼ ਹੈ, ਪਿਆਰ ਹੈ। ਪ੍ਰਭ ਆਪਣੇ ਸਿਉ ਰਹਿ ਸਮਾਏ। ਆਪਣੇ ਵਾਹਿਗੁਰੂ 'ਚ ਅਭੇਦ ਹੋਏ ਰਹਿੰਦੇ ਹਨ, ਮਿਲੇ ਰਹਿੰਦੇ ਹਨ, ਇੱਕੋ ਹੀ ਰੂਪ ਹੋ ਕੇ। ਜੋ ਹੋਆ ਹੋਵਤ ਸੋ ਜਾਣੈ। ਜੋ ਕੁਛ ਪਿਛੇ ਹੋਇਆ ਹੈ, ਜੋ ਅੱਗੇ ਨੂੰ ਹੋ ਰਿਹਾ ਹੈ, ਸੋ ਵਾਹਿਗੁਰੂ ਵੱਲੋਂ ਹੀ ਜਾਣਦੇ ਹਨ। ਜੋ ਕੁਝ ਕੀਤਾ ਹੈ ਪਰਮੇਸ਼ਰ ਨੇ ਹੀ ਕੀਤਾ ਹੈ, ਹੋਰ ਕੋਈ ਕਰਨ ਵਾਲਾ ਹੈ ਹੀ ਨਹੀਂ। ਜੋ ਕੁਝ ਹੋ ਰਿਹਾ ਹੈ ਉਹ ਵਾਹਿਗੁਰੂ ਵੱਲੋਂ ਹੀ ਹੈ। ਜੋ ਹੋਣਾ ਹੈ ਅੱਗੇ ਉਹ ਵੀ ਪਰਮੇਸ਼ਰ ਵੱਲੋਂ ਹੀ ਜਾਣਦੇ ਹਨ। ਜਿਹੜਾ ਹੋਇਆ ਸਾਰਾ ਸੰਸਾਰ ਉਸ ਵੱਲੋਂ ਹੀ ਹੋਇਆ। ਜੋ ਹੋਵਤ ਉਤਪੰਨ ਹੋ ਰਿਹਾ ਇਹ ਵੀ ਉਹਦੀ ਵੱਲੋਂ ਹੀ ਹੋ ਰਿਹਾ। ਅੱਗੇ ਨੂੰ ਜਿਹੜਾ ਹੋਣਾ ਉਹ ਵੀ ਉਸੇ ਵੱਲੋਂ ਹੀ ਜਾਣਦੇ ਆ। ਦੁੱਖ ਸੁੱਖ ਇਹਦੇ 'ਚ ਗੁਰਮੁਖ ਬੰਧਨ ਨਹੀਂ ਪਾਉਂਦੇ, ਰਜਾ ਵਿੱਚ ਹੀ ਸਮਝਦੇ ਕਿ ਜੋ ਕੀਤੇ ਕਰਮ ਅਸੀਂ ਪਾਪ ਉਹਨਾਂ ਦਾ
ਫਲ ਸਾਨੂੰ ਦੁੱਖ ਪ੍ਰਾਪਤ ਹੋ ਕੇ ਨਿਵਰਤ ਹੋਇਆ। ਜੋ ਕੀਤੇ ਹੈ ਪੁੰਨ ਉਹਨਾਂ ਕਰਕੇ ਸੁੱਖ ਪ੍ਰਾਪਤ ਹੋਇਆ। ਇਉਂ ਜੋ ਕੁਝ ਹੋਇਆ ਉਸ ਵਾਹਿਗੁਰੂ ਵੱਲੋਂ ਅਤੇ ਹੋਣਾ ਜੋ ਉਸ ਪਰਮੇਸ਼ਰ ਵੱਲੋਂ ਹੀ ਜਾਣਦੇ ਹਨ। ਪ੍ਰਭ ਆਪਣੇ ਕਾ ਹੁਕਮ ਪਛਾਨੈ। ਫਿਰ ਦੱਸਦੇ ਆ ਭਾਈ ਆਪਣੇ ਵਾਹਿਗੁਰੂ ਦੇ ਹੁਕਮ ਨੂੰ ਉਹ ਪਛਾਣਦੇ ਆ, ਰਜਾ ਵਿੱਚ ਚੱਲਦੇ ਹਨ। ਤਿਸ ਕੀ ਮਹਿਮਾ ਕੌਣ ਬਖਾਨੋ। ਇਸ ਤਰ੍ਹਾਂ ਜਿਹੜੇ ਵਿਜੋਗ ਬਣੇ ਆ ਉਹਨਾਂ ਦੀ ਵਡਿਆਈ ਨੂੰ ਕਿਤਨੀ ਕੋ ਨੂੰ ਕਥਨ ਕਰੀਏ। ਕੌਣ ਹੈ ਜਿਹੜਾ ਕਥਨ ਕਰ ਸਕੇ? ਕੌਣ ਜਾਣੈ? ਕਹਿੰਦੇ ਕੌਣ ਜਾਣ ਸਕਦਾ ਵਡਿਆਈ। ਤਿਸ ਕਾ ਗੁਣ ਕਹਿ ਏਕ ਨ ਜਾਣੋ। ਭਾਈ ਉਹਨਾਂ ਪੁਰਖਾਂ ਨੂੰ ਏਡਾ ਗੁਣ ਉਪਕਾਰ ਪ੍ਰਾਪਤ ਹੋਇਆ ਹੈ, ਇੱਕ ਉਹਨਾਂ ਦਾ ਗੁਣ ਕਿਹਾ ਨਹੀਂ ਜਾ ਸਕਦਾ। ਆਠ ਪਹਿਰ ਪ੍ਰਭ ਬਸਹਿ ਹਜੂਰੇ। ਜਿਹੜੇ ਅੱਠੇ ਪੈਰ ਵਾਹਿਗੁਰੂ ਦੀ ਹਜੂਰੀ ਵਿੱਚ ਭਾਵ ਨਿਕਟ ਵਰਤੀ ਹੋ ਕੇ ਸ਼ਬਦ ਕਰਕੇ ਹਜੂਰੀ ਵਿੱਚ ਰਹਿੰਦੇ ਹਨ, ਵਸਦੇ ਹਨ। ਕਹੋ ਨਾਨਕ ਸੇਈ ਜਨ ਪੂਰੇ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਗੁਰੂ ਨਾਨਕ ਪਦ ਵਰਤ ਕੇ ਸੱਚੇ ਪਾਤਸ਼ਾਹ ਜੀ ਦਾ ਦੱਸ ਰਹੇ ਕਿ ਉਹ ਜਨ ਪੂਰਨ ਹੋ ਗਏ ਆ, ਉਹ ਜਨ ਪੂਰੇ ਆ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਪੂਰਨ ਪੁਰਖ ਹਨ, ਹਰ ਜਨ ਪਿਆਰੇ ਹਨ। ਮਨ ਮੇਰੇ ਤਿਨ ਕੀ ਓਟ ਲੇਹ। ਇਹ ਮੇਰੇ ਪਿਆਰੇ ਮਨਾ, ਉਹਨਾਂ ਪਿਆਰਿਆਂ ਦੀ ਓਟ, ਉਹਨਾਂ ਪਿਆਰਿਆਂ ਦੀ ਸੰਗਤ ਏਕ ਹਿਰਦੇ 'ਚ ਲੈਣਾ ਕਰ। ਮਨ ਤਨ ਆਪਣਾ ਤਿਨ ਜਨ ਦੇਹ। ਭਾਈ ਉਹਨਾਂ ਜਨਾਂ ਨੂੰ ਆਪਣਾ ਮਨ ਦੀ ਮਨੌਤ ਨੂੰ ਛੱਡ ਕੇ ਮਨ ਦੀ ਮਤ ਸਗਲ ਤਿਆਗੀ ਤਨ ਸੇਵਾ 'ਚ ਆਪਣਾ ਦੇਣਾ ਕਰ ਤਿਨਾਂ ਦੇ ਤਾਈਂ। ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਨ੍ਹਾਂ ਮਹਾਰਾਜ ਦੇ ਪਿਆਰਿਆਂ ਜਨਾਂ ਨੇ ਉਸ ਵਾਹਿਗੁਰੂ ਨੂੰ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨ੍ਹਾਂ ਜਨਾਂ ਨੇ ਆਪਣੇ ਵਾਹਿਗੁਰੂ ਦੀ ਪਛਾਣ ਕੀਤੀ ਹੈ, ਸੋ ਜਨ ਸਰਬ ਥੋਕ ਕਾ ਦਾਤਾ। ਸਤਿਗੁਰੂ ਜੀ ਦੱਸ ਰਹੇ ਭਾਈ ਉਹ ਮਹਾਰਾਜ ਦਾ ਪਿਆਰਾ ਸਾਰਿਆਂ ਪਦਾਰਥਾਂ ਦਾ ਧਰਮ ਅਰਥ ਕਾਮ ਮੋਖ ਦਾ ਦਾਤਾ ਹੋ ਜਾਂਦਾ ਹੈ। ਤਿਸ ਕੀ ਸਰਨ ਸਰਬ ਸੁਖ ਪਾਵੈ। ਉਸ ਪਿਆਰੇ ਦੀ ਸ਼ਰਨ ਪੈ ਕੇ ਸਾਰਿਆਂ ਸੁੱਖਾਂ ਨੂੰ ਆਤਮਾ ਆਨੰਦ ਸਮੇਤ ਨੂੰ ਪਾ ਲਵੇਂਗਾ। ਤਿਸ ਕੈ ਦਰਸ ਸਭ ਪਾਪ ਮਿਟਾਵੈ। ਉਹਨਾਂ ਗੁਰਮੁਖ ਜਨਾਂ ਦੇ ਦਰਸ਼ਨ ਕਰਕੇ ਤੇਰੇ ਜਿਹੜੇ ਜਨਮਾਂ ਦੇ ਪਾਪ ਆ ਨਾ, ਉਹਨਾਂ ਸਾਰਿਆਂ ਨੂੰ ਮੇਟ ਲਵੇਂਗਾ ਭਾਈ ਤੂੰ। ਅਵਰ ਸਿਆਣਪ ਸਗਲੀ ਛਾੜ। ਹੁਣ ਦੱਸ ਰਹੇ ਆ ਸਤਿਗੁਰੂ ਜੀ ਕਿ ਜਿਹੜੀ ਹੋਰ ਕੋਈ ਤੇਰੀ ਬੁੱਧੀ ਦੇ ਅੰਦਰ ਸਿਆਣਪ ਫੁਰਦੀ ਆ, ਚਲਾਕੀ ਫੁਰਦੀ ਆ, ਸਾਰੀ ਛੱਡ ਦੇ। ਹੁਣ ਚਿੱਤ ਨਹੀਂ ਇਕਾਗਰ ਹੋਣ ਦਿੰਦੀ, ਚੰਚਲਤਾ ਕਰਦੀ ਹੈ ਚਤੁਰਾਈ। ਤਿਸ ਜਨ ਕੀ ਤੂੰ ਸੇਵਾ ਲਾਗ। ਉਹਨਾਂ ਮਹਾਰਾਜ ਦੇ ਪਿਆਰਿਆਂ ਜਨਾਂ ਦੀ ਟਹਿਲ ਵਿੱਚ ਨਿਸ਼ਕਪਟ ਹੋ ਕੇ ਲੱਗ ਜਾ ਤੂੰ। ਆਵਨ ਜਾਨ ਨ ਹੋਵੀ ਤੇਰਾ। ਜੇਕਰ ਇਹ ਤੂੰ ਸਾਡਾ ਹੁਕਮ ਮੰਨੇਗਾ, ਸਾਹਿਬ ਕਹਿੰਦੇ ਫਿਰ ਜਨਮ ਧਾਰ ਕੇ ਤੂੰ ਮੁੜ ਕੇ ਨਹੀਂ ਆਵੇਂਗਾ ਤੇ ਨਾ ਮੌਤ ਦੇ ਮੂੰਹ 'ਚ ਮੁੜ ਕੇ ਜਾਣਾ ਹੋਵੇਗਾ ਤੇਰਾ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਜਨਾਂ ਦੇ ਸਦਾ ਚਰਨਾਂ ਨੂੰ ਪੂਜਣਾ ਕਰੋ। ਐਸੇ ਤਾਂ ਮਹਾਰਾਜ ਸਾਹਿਬ ਆਪ ਹੀ ਹਨ। ਸੋ ਇਹ ਸੀ ਸਾਧ ਸੰਗਤ ਜੀ 17ਵੀਂ ਅਸ਼ਟਪਦੀ ਦੀ ਸਤਿਗੁਰਾਂ ਸਾਡੇ ਪਾਸੋਂ ਤਰੁੱਠ ਕੇ ਆਪ ਵਿਚਾਰ ਕਰਵਾਈ ਹੈ। ਸੰਪੂਰਨਤਾ ਹੋਈ ਹੈ 17ਵੀਂ ਅਸ਼ਟਪਦੀ ਦੀ। ਸੋ ਭੁੱਲਾਂ ਚੁੱਕਾਂ ਮਾफ़ ਕਰਨੀਆਂ, ਭੁੱਲਾਂ ਨਾ ਚਿਤਾਰਨੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਸਤਿਗੁਰੂ ਜੀ ਹਨ, ਮਾਲਕ ਹਨ। ਬਖਸ਼ ਲੈਣ ਸਤਿਗੁਰੂ ਜੀ। ਆਓ 17ਵੀਂ ਅਸ਼ਟਪਦੀ ਦੀਆਂ ਸਮਾਪਤੀ ਦੀਆਂ ਪੰਕਤੀਆਂ ਸੀ ਸੰਪੂਰਨਤਾ ਦੀਆਂ ਪੰਕਤੀਆਂ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਆਵਨ ਜਾਨ ਨ ਹੋਵੀ ਤੇਰਾ।
ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।